This program sponsored by JJ Nijjar. For residential and commercial real estate need, call 905 462 2111. ਦੋਸਤੋ ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਝਾਂਜਰ ਦੇ ਇਸ ਲਾਈਵ ਟਾਕ ਸ਼ੋਅ ਦੇ ਵਿੱਚ, ਜਿਸ ਦਾ ਨਾਮ ਹੈ ਜ਼ਰੂਰੀ ਗੱਲ, ਜਿਸ ਵਿੱਚ ਅਸੀਂ ਰੋਜ਼ ਲੈ ਕੇ ਪੇਸ਼ ਹੁੰਦੇ ਹਾਂ ਤੁਹਾਡੇ ਲਈ ਕੁਝ ਸਰਗਰਮੀਆਂ, ਕੁਝ ਗਤੀਵਿਧੀਆਂ ਜਾਂ ਬ੍ਰੇਕਿੰਗ ਨਿਊਜ਼, ਜਿਨ੍ਹਾਂ ਦੇ ਨਾਲ ਅਸੀਂ ਜਿੱਥੇ ਤੁਹਾਡੇ ਲਈ ਉਹਨਾਂ ਨੂੰ ਸਾਂਝਾ ਕਰਦੇ ਹਾਂ ਤੇ ਨਾਲ ਦੀ ਨਾਲ ਉਹਦੀ ਅਸੀਂ ਡਿਟੇਲ ਦੇ ਵਿੱਚ ਜਾਣਕਾਰੀ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਜਿੱਥੇ ਮੈਂ ਹਾਜ਼ਰ ਹੁੰਦਾ ਹਾਂ ਤੁਹਾਡੇ ਲਈ ਟੋਰਾਂਟੋ ਸਟੂਡੀਓ ਤੋਂ, ਰਵੀ ਜੱਸੂ ਲੁਧਿਆਣਾ ਸਾਡੇ ਤੋਂ ਹਾਜ਼ਰ ਹੁੰਦੇ ਨੇ ਕਮਲਦੀਪ ਕੌਰ। ਲਓ ਆਪਾਂ ਦਾ ਸਵਾਗਤ ਕਰਦੇ ਹਾਂ। ਕਾਫੀ ਤੁਹਾਡਾ ਬਹੁਤ ਸਵਾਗਤ ਹੈ ਝਾਂਜਰ ਟੀਵੀ ਦੇ ਇਸ ਲਾਈਵ ਟਾਕ ਸ਼ੋਅ ਵਿੱਚ। ਬਹੁਤ ਧੰਨਵਾਦ ਤੁਹਾਡਾ ਰਵੀ ਜੀ। ਕਮਲਪ੍ਰੀਤ, ਇਸ ਤੋਂ ਪਹਿਲਾਂ ਕਿ ਆਪਾਂ ਚਰਚਾ ਸ਼ੁਰੂ ਕਰੀਏ, ਮੈਂ ਚਾਹੁੰਦਾ ਕਿ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਲਈ ਅੱਜ ਦੀਆਂ ਜੋ ਮੁੱਖ ਖਬਰਾਂ ਹਨ ਉਹ ਪੇਸ਼ ਕਰ ਦਿਓ। ਹਾਂਜੀ, ਸਭ ਤੋਂ ਪਹਿਲਾਂ ਝਾਂਜਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੇਸ਼ ਨੇ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਨੇ। ਸਰਕਾਰ ਨੇ ਮਹਾਰਾਸ਼ਟਰ ਵਿੱਚ 28 ਫਰਵਰੀ ਤੱਕ ਲੋਕਡਾਊਨ ਵਧਾਉਣ ਦਾ ਲਿਆ ਫੈਸਲਾ। ਰਾਸ਼ਟਰਪਤੀ ਨੂੰ ਸੁਣਨ ਪਹੁੰਚਿਆ ਸਿਰਫ ਇੱਕ ਕਾਂਗਰਸੀ ਸੰਸਦ। ਇੰਟਰਨੈਟ, ਬਿਜਲੀ, ਪਾਣੀ ਬੰਦ ਕਰਨ ਤੇ ਸਿਸੋਦੀਆ ਦੀ ਬੀਜੇਪੀ ਨੂੰ ਚੇਤਾਵਨੀ। ਕਿਹਾ ਜੇ ਕਿਸਾਨਾਂ ਨੇ ਕਿਸਾਨੀ ਬੰਦ ਕਰ ਦਿੱਤੀ ਤਾਂ। ਸਿੰਘੂ ਬਾਰਡਰ ਕਿਸਾਨਾਂ ਤੇ ਲੋਕਾਂ ਵਿਚਾਲੇ ਚੱਲੇ ਪੱਥਰ। ਪੁਲਿਸ ਵੱਲੋਂ ਛੱਡੇ ਗਏ ਅਥਰੂ ਗੈਸ ਦੇ ਗੋਲੇ। ਹਜ਼ਾਰਾਂ ਕਿਸਾਨਾਂ ਨੇ ਪਾਏ ਸਿੰਘੂ, ਗਾਜੀਪੁਰ ਤੇ ਟਿਕਰੀ ਬਾਰਡਰਾਂ ਵੱਲ ਚਾਲੇ। ਸਰਕਾਰ ਦੀ ਸਖਤੀ ਮਗਰੋਂ ਭੜਕ ਉੱਠੇ ਕਿਸਾਨ। ਹਰਿਆਣਾ ਮੋੜ ਟੋਲ ਪਲਾਜ਼ਾ ਫ੍ਰੀ, ਕਿਸਾਨਾਂ ਨੇ ਸੰਭਾਲੇ ਮੋਰਚੇ। ਲੰਗਰ ਹੋਇਆ ਸ਼ੁਰੂ। ਮੋਗਾ ਜ਼ਿਲ੍ਹੇ ਦੇ 12 ਨੌਜਵਾਨ ਟਰੈਕਟਰ ਪਰੇਡ ਮਗਰੋਂ ਹੋਏ ਲਾਪਤਾ। ਸਕੂਲ ਖੋਲ੍ਹਣ ਨੂੰ ਲੈ ਕੇ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ। ਰਵੀ ਜੀ, ਇਹ ਨੇ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਤੇ ਆਪਾਂ ਚਰਚਾ ਕਰਾਂਗੇ ਜੀ। ਬਹੁਤ ਮਿਹਰਬਾਨੀ ਕੰਪਲੀਟ। ਜੇ ਆਪਾਂ ਗੱਲ ਕਰੀਏ ਆਪਣੇ ਕਰੋਨਾ ਵਾਇਰਸ ਦੀ, ਜੇ ਅਸੀਂ ਅਪਡੇਟ ਕਰੀਏ ਕੈਨੇਡਾ ਦੇ ontario ਦੇ ਬਾਰੇ ਦੇ ਵਿੱਚ, ਤਾਂ ਇੱਥੇ ਵੀ ਜਿਹੜਾ ਹੈਗਾ ਸਰਕਾਰ ਨੇ ontario ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ 15 ਦਿਨ ਹੋਰ ਜਿਹੜਾ ਹੈਗਾ ਲੋਕਡਾਊਨ ਵਧਾ ਦਿੱਤਾ ਹੈ। ਹਜੇ ਵੀ ਉਹ ਹੌਲੀ ਪਤਾ ਲੱਗੇਗਾ ਕਿ ਅੱਗੇ ਨੂੰ ਹੋਰ ਵਧਾਇਆ ਜਾਂਦਾ ਹੈ ਜਾਂ ਨਹੀਂ। ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਲੋਕਡਾਊਨ ਦੇ ਵਿੱਚ ਰੁਕਾਵਟਾਂ ਕਰਨ ਦੀ ਪ੍ਰੋਵੀਜ਼ਨ ਹੈ। ਜੇ ਹੋਰ ਵਧਿਆ ਤਾਂ ਇਹਨੂੰ ਹੋਰ ਕੀਤਾ ਜਾਵੇਗਾ। ਤੇ ਤੁਸੀਂ ਦੱਸਿਆ ਤੇ ਬੰਬੇ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਵੀ ਇਹ ਹਾਲ ਹੈ। ਕੀ ਹੈ ਉੱਥੋਂ ਦੀ ਜਾਣਕਾਰੀ? ਹਾਂਜੀ, ਮਹਾਰਾਸ਼ਟਰ ਸਰਕਾਰ ਨੇ ਕਰੋਨਾ ਦੇ ਮੱਦੇਨਜ਼ਰ ਜਿਹੜਾ ਤਾਲਾਬੰਦੀ ਵਧਾਉਣ ਦਾ ਫੈਸਲਾ ਕੀਤਾ ਤੇ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਕਿ 28 ਫਰਵਰੀ ਤੱਕ ਜਿਹੜੀ ਰਾਜ ਵਿੱਚ ਤਾਲਾਬੰਦੀ ਜਾਰੀ ਰਹੇਗੀ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਮੇਂ ਤੇ ਜਿਹੜੀ ਛੋਟ ਦਿੱਤੀ ਗਈ ਆ ਲੋਕਾਂ ਨੂੰ, ਤਾਂ ਉਹ ਜਿਹੜੀ ਛੋਟ ਆ ਉਹ ਜਾਰੀ ਰਹੂਗੀ। ਤੇ ਬਾਕੀ ਸਾਰੇ ਜਿਹੜੇ ਆਦੇਸ਼ ਆ ਉਹ ਇਸੇ ਹੁਕਮ ਨਾਲ ਜਾਰੀ ਰਹਿਣਗੇ ਕਿ ਜਿਹੜੀ ਤਾਲਾਬੰਦੀ ਆ ਉਹ ਲਾਗੂ ਕੀਤੀ ਜਾਊਗੀ। ਤੇ 1 ਮਹੀਨੇ ਤੱਕ ਜਿਹੜੀ ਤਾਲਾਬੰਦੀ ਵਧਾਉਣ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕਰ ਦਿੱਤਾ ਗਿਆ ਕਿ ਕਿਉਂਕਿ ਰਾਜ ਸਰਕਾਰ ਨੂੰ ਲੱਗਦਾ ਹੈ ਕਿ ਜਿਹੜੀ ਜਿੱਦਾਂ ਮਹਾਮਾਰੀ ਜਿਹੜੀ ਸੀਗੀ ਉਹ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਸੀ ਤੇ ਦੁਬਾਰਾ ਜਿਹੜੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਤੇ ਇਸੇ ਕਰਕੇ ਜਿਹੜੀ 28 ਫਰਵਰੀ 2021 ਤੱਕ ਜਿਹੜੀ ਤਾਲਾਬੰਦੀ ਉਹ ਕਰ ਦਿੱਤੀ ਗਈ ਹੈ। ਤੇ ਨਾਲ ਦੀ ਨਾਲ ਐਕਟ ਦਾ ਵੀ ਹਵਾਲਾ ਦਿੱਤਾ ਗਿਆ ਤੇ ਨਾਲ ਦੀ ਨਾਲ ਕਿਹਾ ਗਿਆ ਕਿ ਜਿਹੜੇ ਵੀ ਸਾਰੇ ਜ਼ਿਲ੍ਹੇ ਨੇ ਜਾਂ ਜਿਹੜੇ ਸਾਰੇ ਭਾਗ ਨੇ ਉਹ ਸਖਤੀ ਨਾਲ ਇਹ ਲਾਗੂ ਕਰਨਗੇ। ਤੇ ਜੇ ਆਪਾਂ ਗੱਲ ਕਰੀਏ ਤਾਂ ਕੇਰਲ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਕੁੱਲ ਕਿਰਿਆਸ਼ੀਲ ਕੇਸ ਨੇ 67% ਨੇ ਤੇ ਨਵੇਂ ਜਿਹੜੇ ਕੇਸ ਨੇ 2890 ਜਿਹੜੇ ਦਰਜ ਕੀਤੇ ਗਏ ਪਿਛਲੇ 24 ਘੰਟਿਆਂ ਦੇ ਵਿੱਚ। ਜਿਹੜਾ ਟੋਟਲ ਅੰਕੜਾ ਜੇ ਆਪਾਂ ਮਹਾਰਾਸ਼ਟਰ ਦੀ ਗੱਲ ਕਰਦੇ ਹਾਂ ਤਾਂ 18,413 ਤੇ ਪਹੁੰਚ ਗਿਆ। ਤੇ ਲੋਕਾਂ ਦੀ ਜਿਹੜੀ ਮੌਤ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹੋਈ ਹੈ। ਤੇ ਟੋਟਲ ਇਸ ਟਾਈਮ 43,000 ਕੇਸ ਨੇ ਜਿਹੜੇ ਸਰਗਰਮ ਨੇ ਮਹਾਰਾਸ਼ਟਰ ਦੇ ਵਿੱਚ ਜੀ। ਅਗਲੀ ਹੈਡਲਾਈਨ 'ਚ ਤੁਸੀਂ ਦੱਸਿਆ ਹੈ ਕਿ ਇੱਕ ਕਾਂਗਰਸੀ ਸੰਸਦ ਦਾ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਸੁਣਨ ਆਇਆ। ਕੀ ਇਸ ਹੈਡਲਾਈਨ ਦੇ ਵਿੱਚ ਛੁਪਿਆ ਹੈ? ਕੀ ਜਾਣਕਾਰੀ ਹੈ? ਹਾਂਜੀ, ਦੇਖੋ ਅੱਜ ਜਿਹੜਾ ਬਜਟ ਸੈਸ਼ਨ ਸੀਗਾ ਉਹਦਾ ਪਹਿਲਾ ਦਿਨ ਸੀ ਤੇ ਜਿੱਦਾਂ ਕੱਲ ਆਪਾਂ ਗੱਲ ਕੀਤੀ ਸੀ ਕਿ ਬਾਈਕਾਟ ਕੀਤਾ ਗਿਆ ਵਾ। 16 ਜਣਿਆਂ ਨੇ ਜਿਹੜਾ ਬਾਈਕਾਟ ਕੀਤਾ ਸੀਗਾ ਵਿਰੋਧੀ ਧਿਰਾਂ ਨੇ। ਤੇ ਇਸੇ ਦੇ ਨਾਲ ਹੀ ਜਿਹੜੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ 20 ਤੋਂ ਵੱਧ ਜਿਹੜੇ ਵਿਰੋਧੀ ਧਿਰਾਂ ਸੀ ਉਹਨਾਂ ਦੇ ਬਾਈਕਾਟ ਕਰਨ ਕਰਕੇ ਜਿਹੜੀਆਂ ਚੈਂਬਰ ਦੀਆਂ ਸੀਟਾਂ ਸੀ ਉਹ ਬਹੁਤੀਆਂ ਅੱਜ ਖਾਲੀ ਰਹੀਆਂ। ਤੇ ਨਾਲ ਦੀ ਨਾਲ ਜਦੋਂ ਰਾਸ਼ਟਰਪਤੀ ਅੱਜ ਸੰਬੋਧਨ ਕਰ ਰਹੇ ਸੀਗੇ, ਬਜਟ ਸੈਸ਼ਨ ਅੱਜ ਸਟਾਰਟ ਹੋ ਗਿਆ ਵਾ, ਤੇ ਜਿਹੜੇ ਕਾਂਗਰਸੀ ਮੈਂਬਰ ਨੇ ਰਵਨੀਤ ਸਿੰਘ ਬਿੱਟੂ, ਉਹਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਜੰਮ ਕੇ ਜਿਹੜੀ ਨਾਅਰੇਬਾਜ਼ੀ ਕੀਤੀ।
ਤੇ ਹੋਰ ਵੀ ਮੈਂਬਰਾਂ ਨੇ ਜਿਹੜਾ ਸੈਂਟਰਲ ਹਾਲ ਦੇ ਵਿੱਚ 107 ਵਾਰੀ ਜਿਹੜਾ ਟੇਬਲਾਂ ਨੂੰ ਧੱਕਾ ਦਿੱਤਾ ਤੇ ਹੋਰ ਵੀ ਬਹੁਤ ਕੁਝ ਜਿਹੜਾ ਕੀਤਾ ਤੇ ਨਾਲ ਦੀ ਨਾਲ ਜਿਹੜਾ ਅੱਜ ਸੰਸਦ ਦੇ ਵਿੱਚ ਜਿਹੜੇ ਭਗਵੰਤ ਮਾਨ ਨੇ ਉਹ ਵੀ ਗਏ ਸੀ ਤੇ ਉਹਨਾਂ ਨੂੰ ਐਂਟਰ ਨਹੀਂ ਹੋਣ ਉਹਨਾਂ ਨੇ ਹੀ ਜਿਹੜਾ ਵੀਡੀਓ ਬਣਾਈ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇੱਕ ਨਫੇ ਜਿਹੜੀ ਕਿਸਾਨਾਂ ਦੇ ਨਾਲ ਕਰ ਰਹੇ ਆ ਤੇ ਨਾ ਹੀ ਸਾਡਾ ਹੱਕ ਵਾ ਤੁਸੀਂ ਆਜਾਂ ਵੀ ਸਾਡੀਆਂ ਜਿਹੜੀਆਂ ਦਬਾ ਰਹੇ ਹੋ ਤੇ ਪਰ ਜਿਹੜੇ ਦੂਜੇ ਰਾਸ਼ਟਰਪਤੀ ਹਵਾਲੇ ਨਾਲ ਕਿਹਾ ਜਾ ਰਿਹਾ ਜਿਹੜੇ ਵੀ ਇਹ ਕਰੋਨਾ ਵਾਇਰਸ ਕਰਕੇ ਜਿਹੜੇ ਲੋਕ ਆ ਉਹ ਘੱਟ ਆਏ ਇਦਾਂ ਦਾ ਉਹਨਾਂ ਦੇ ਦੁਆਰਾ ਜਿਹੜਾ ਬਿਆਨ ਦਿੱਤਾ ਗਿਆ ਵਾ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਮੈਂਬਰ ਸੀ ਉਹ ਤਾਂ ਇੱਕ ਦੂਜੇ ਤੋਂ ਦੂਰ ਵੀ ਤੇ ਬੈਠੋ ਕਿਉਂਕਿ ਕਰੋਨਾ ਵਾਇਰਸ ਕਰਕੇ ਲੋਕਾਂ ਦਾ ਦੂਰ ਪ੍ਰਬੰਧ ਕੀਤਾ ਸੀ ਹਾਲਾਂਕਿ ਜਿਹੜੀ ਸੱਚਾਈ ਆ ਉਹ ਤੋਂ ਛੁਪੀ ਨਹੀਂ। ਜੀ ਜੇ ਗੱਲ ਕਰੀਏ ਕਿਸਾਨ ਅੰਦੋਲਨ ਦੀ ਤਾਂ 26 ਜਨਵਰੀ ਤੋਂ ਬਾਅਦ ਇੱਕਦਮ ਹੀ ਜਿਹੜੀਆਂ ਸੀਗੀਆਂ ਸਾਰੀਆਂ ਟਰਮ ਚੇਂਜ ਹੋ ਗਈਆਂ ਅੰਦੋਲਨ ਦੇ ਬਾਰੇ ਦੇ ਵਿੱਚ ਤੇ ਸਰਕਾਰ ਇਸ ਜਿਹੜਾ ਸਾਰੇ ਘਟਨਾਕ੍ਰਮ ਦਾ ਬਹੁਤ ਜ਼ਿਆਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਅੰਦੋਲਨ ਨੂੰ ਚੱਕ ਦਿੱਤਾ ਜਾਵੇ, ਪ੍ਰੈਸ਼ਰ ਬਣਾਇਆ ਜਾਵੇ ਕਿਸਾਨਾਂ ਦੇ ਉੱਤੇ। ਉਸੇ ਗੱਲ ਨੂੰ ਲੈ ਕੇ ਜਿਹੜਾ ਕਿ ਉਸ ਅੰਦੋਲਨ ਨਾਲ ਜੁੜੇ ਹੋਏ ਕਿਸਾਨ ਜਥੇਬੰਦੀਆਂ ਨਾਲ ਉਹ ਜਿਹੜਾ ਘਟਨਾਕ੍ਰਮ ਆ ਈਵਨ ਜੁੜਿਆ ਵੀ ਨਹੀਂ ਹੋਇਆ, ਅਲੱਗ ਜਥੇਬੰਦੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਜਿਸ ਨੂੰ ਸਰਕਾਰ ਨੇ ਕੰਟਰੋਲ ਕਰਨਾ ਸੀ, ਜਿਹਦੇ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ। ਉਹਦੇ ਬਾਵਜੂਦ ਉਹਨਾਂ ਘਟਨਾਕ੍ਰਮ ਨੂੰ ਲੈ ਕੇ ਇਸ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਚਾਹੇ ਉਹ ਬਾਰਡਰ ਤੇ ਆ ਕੇ ਉਹਨਾਂ ਨੂੰ ਉੱਥੋਂ ਉਠਾਉਣ ਬਾਰੇ। ਪਰ ਰਾਤ ਪਤਾ ਲੱਗਿਆ ਕਿ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਆ ਜਿਹੜੇ ਉੱਥੇ ਇਕੱਠੇ ਹੋ ਗਏ ਬਾਰਡਰ ਦੇ ਉੱਤੇ ਤੇ ਜਿਵੇਂ ਸਿਸੋਦੀਆ ਹੈਗੇ ਆ ਆਪਣੇ ਦਿੱਲੀ ਗਵਰਨਮੈਂਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਬਿਜਲੀ ਪਾਣੀ ਜਾਂ ਇੰਟਰਨੈਟ ਤੁਸੀਂ ਬੰਦ ਕਰ ਰਹੇ ਹੋ, ਉਹਨਾਂ ਚੇਤਾਵਨੀ ਦੇ ਇਹਨੂੰ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਾ ਕਰੋ। ਹਾਂਜੀ, ਆਪਾਂ ਕੱਲ ਦੇ ਜਿਹੜੇ ਇੱਕ ਜਿਹੜਾ ਵੀ ਕੁਝ ਹੋਇਆ ਉਹ ਤੇ ਇੱਕ ਥੋੜੀ ਜਿਹੀ ਝਾਤ ਮਾਰ ਲੈਂਦੇ ਆ। ਕੱਲ 5 ਵਜੇ ਤੋਂ ਜਿੱਦਾਂ ਜਿਹੜਾ ਗਾਜ਼ੀਪੁਰ ਬਾਰਡਰ ਸੀ ਉੱਥੇ ਕਾਫੀ ਜ਼ਿਆਦਾ ਹਲਚਲ ਦੇਖਣ ਨੂੰ ਮਿਲੀ ਕਿਉਂਕਿ ਇੱਕੋ ਦਮ ਜਿਹੜੇ ਕਿਸਾਨ ਸੀ ਉਹ ਵੀ ਉੱਥੋਂ ਮੂਵ ਹੋਣੇ ਸ਼ੁਰੂ ਹੋ ਗਏ ਸੀ। ਸ਼ਾਇਦ ਉਹ ਜ਼ਿਆਦਾ ਕਿਸਾਨ ਉਹ ਸੀ ਜਿਹੜੇ 26 ਜਨਵਰੀ ਦੀ ਪਰੇਡ ਕਰਕੇ ਆਏ ਹੋਏ ਸੀ। ਇੱਕ ਦੱਸਿਆ ਜਾ ਰਿਹਾ ਕਿ ਕਿਸੇ ਵੱਡੇ ਜਿਹੜੇ ਆਗੂ ਦੀ ਸੀ ਉਹਦੇ ਬ੍ਰਦਰ ਦੀ ਡੈਥ ਵੀ ਹੋ ਗਈ ਸੀ ਜਿਹਦੇ ਕਰਕੇ ਜ਼ਿਆਦਾਤਰ ਲੋਕ ਉੱਥੇ ਗਏ ਸੀ। ਪਰ ਜਿੱਦਾਂ ਸਰਕਾਰ ਨੇ ਪਹਿਲਾਂ ਹੀ ਸਾਜ਼ਿਸ਼ ਦੇ ਅਧੀਨ 2 ਵਜੇ ਤੋਂ ਹੀ ਜਦੋਂ ਦੇਖਿਆ ਕਿ ਜਿਹੜਾ ਥੋੜਾ ਪੰਡਾਲ ਦੇ ਵਿੱਚ ਘਟ ਰਹੇ ਨੇ ਗਿਣਤੀ ਤਾਂ ਮਿਲਟਰੀ ਤੈਨਾਤ ਕਰਤੀ, RAF ਉੱਥੇ ਲਗਾ ਦਿੱਤੀ ਗਈ ਸੀ ਤੇ 5 ਤੋਂ ਬਾਅਦ ਇੰਨਾ ਜ਼ਿਆਦਾ ਉੱਥੇ ਪ੍ਰੈਸ਼ਰ ਲੱਗ ਰਿਹਾ ਸੀ ਕਿ ਜਿੱਦਾਂ ਜਿਹੜਾ ਧਰਨਾ ਇਹ ਸਰਕਾਰ ਮਤਲਬ ਹਟਾ ਤੇ ਨਾਲ ਦੀ ਨਾਲ ਜਿਹੜੇ ਲੋਕ ਸੀ ਉੱਥੇ ਕਿਸਾਨ ਸੀ ਉਹਨੂੰ ਵੀ ਸਾਫ਼ ਸਪਸ਼ਟ ਕਹਿ ਦਿੱਤਾ ਜਿਹੜੇ ਉੱਥੋਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿ ਜੇ ਤੁਸੀਂ 2 ਘੰਟੇ ਦੇ ਵਿੱਚ ਜਿਹੜੀ ਇਹ ਜਗ੍ਹਾ ਖਾਲੀ ਨਾ ਕੀਤੀ ਤਾਂ ਅਸੀਂ ਕੋਈ ਵੀ ਕਾਰਵਾਈ ਜਿਹੜੀ ਤੁਹਾਡੇ ਤੇ ਕਰ ਸਕਦੇ ਆ। ਬਕਾਇਦਾ ਉਹਨਾਂ ਨੇ ਬੱਸਾਂ ਉੱਥੇ ਲਗਾ ਦਿੱਤੀਆਂ ਸੀ ਤਾਂ ਕਿ ਕਿਸਾਨ ਜਿਹੜੇ ਜਲਦੀ ਤੋਂ ਜਲਦੀ ਇੱਥੋਂ ਚਲੇ ਜਾਣ। ਪਰ ਜਿਹੜੇ ਉਦੋਂ ਬਾਅਦ ਜਿਹੜੇ ਰਾਕੇਸ਼ ਟਿਕੈਤ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਸਟੈਂਡ ਲਿਆ, ਉਹਨਾਂ ਨੇ ਅਪੀਲ ਕੀਤੀ। ਹਾਲਾਂਕਿ ਉਹ ਕੱਲ ਰੋ ਵੀ ਰਹੇ ਸੀ, ਬਹੁਤ ਜ਼ਿਆਦਾ ਭਾਵੁਕ ਹੋ ਰਹੇ ਸੀ ਕਿਉਂਕਿ ਇੱਕੋ ਦਮ ਮਾਹੌਲ ਇਹੋ ਜਿਹਾ ਬਣ ਗਿਆ ਸੀ। ਜਿਹੜਾ ਗੋਦੀ ਮੀਡੀਆ ਉੱਥੇ ਲਾਈਵ ਕਵਰੇਜ ਕਰ ਰਿਹਾ ਸੀ ਸਾਰੇ ਕਿ ਦੇਖੋ ਕਿਉਂਕਿ ਜਿਹੜੇ ਆਪ ਦੇ ਇੱਕ ਵਿਧਾਇਕ ਨੇ ਉਹ ਉੱਥੇ ਪਹੁੰਚ ਗਏ, ਆਪਣੇ ਜਿਹੜੇ 100 ਗੁੰਡੇ ਉਹਨਾਂ ਨੇ ਲੈ ਕੇ ਉੱਥੇ ਜਿਹੜਾ ਬਾਰਡਰ ਸੀ ਉੱਥੇ ਮਤਲਬ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਲੋਕਾਂ ਨਾਲ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜੇ ਟਕੈਤ ਸਾਹਿਬ ਨੇ ਉਹ ਥੋੜੇ ਭਾਵੁਕ ਹੁੰਦੇ ਦੇਖੇ ਗਏ ਕਿ ਰੋਏ ਵੀ ਤੇ ਅਪੀਲ ਕੀਤੀ ਕਿ ਜਿਹੜੀ ਮੈਂ ਆਪਣੇ ਆਪ ਨੂੰ ਮਤਲਬ ਫਾਂਸੀ ਲਗਾ ਲੂੰਗਾ ਪਰ ਮੈਂ ਜਿਹੜਾ ਇਹ ਅੰਦੋਲਨ ਆ ਇਹ ਮੈਂ ਖਤਮ ਨਹੀਂ ਕਰੂੰਗਾ। ਹਾਂਜੀ, ਉਦੋਂ ਬਾਅਦ ਉਹਨਾਂ ਨੇ ਇੱਕ ਭਾਵੁਕ ਅਪੀਲ ਕੀਤੀ ਸੀ ਲੋਕਾਂ ਨੂੰ ਕਿ ਜਿਹੜੇ ਕਿਸਾਨ ਵਾਪਸ ਗਏ ਨੇ ਉਹ ਮਤਲਬ ਜਲਦੀ ਤੋਂ ਜਲਦੀ ਪਹੁੰਚਣ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਪਾਣੀ ਹੁਣ ਉਦੋਂ ਹੀ ਪੀਊਂਗਾ ਜਦੋਂ ਮੇਰੇ ਮਤਲਬ ਪਿੰਡ ਤੋਂ ਪਾਣੀ ਆਊਗਾ। ਤੇ ਲੋਕਾਂ ਤੇ ਇੰਨਾ ਜ਼ਿਆਦਾ ਇਸ ਚੀਜ਼ ਦਾ ਅਸਰ ਪਿਆ, ਲੋਕਾਂ ਨੇ ਉਸੇ ਟਾਈਮ ਮਤਲਬ ਜਿਹੜੀ ਮਹਾ ਪੰਚਾਇਤਾਂ ਨੇ ਜਾਂ ਉਹਨਾਂ ਨੇ ਪਿੰਡ ਦੇ ਵਿੱਚ ਐਲਾਨ ਕਰ ਦਿੱਤੇ ਉਸੇ ਟਾਈਮ ਉਹ ਮਤਲਬ ਉੱਥੋਂ ਤੁਰ ਪਏ ਤੇ ਜਲਦੀ ਤੋਂ ਜਲਦੀ ਜਿਹੜਾ ਉਹ 12 ਵਜੇ ਤੱਕ ਸਾਰੇ ਜਿਹੜੇ ਪਹੁੰਚ ਗਏ ਸੀ। ਦੁਬਾਰਾ ਭਰਨਾ ਸ਼ੁਰੂ ਹੋ ਗਿਆ ਪੰਡਾਲ ਤੇ ਉਸ ਤੋਂ ਬਾਅਦ ਜਦੋਂ ਮਿਲਟਰੀ ਨੂੰ ਲੱਗਿਆ ਕਿ ਜਿਹੜਾ ਹੁਣ ਬਾਜ਼ੀ ਸਾਡੇ ਹੱਥੋਂ ਨਿਕਲ ਚੁੱਕੀ ਆ ਤੇ ਲੋਕ ਦੁਬਾਰਾ ਆਉਣਾ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਮਿਲਟਰੀ ਵੀ ਉੱਥੋਂ ਚਲੀ ਗਈ। ਪਰ ਮਤਲਬ ਬਹੁਤ ਜ਼ਿਆਦਾ ਸਰਕਾਰ ਹੁਣ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿ ਰਹੇ ਹਾਂ ਸਾਜ਼ਿਸ਼ਾਂ ਕਰਨ ਤੇ ਉਤਾਰੂ ਹੋ ਗਈ ਹੈ ਤੇ ਇਸੇ ਸਭ ਚੀਜ਼ ਨੂੰ ਲੈ ਕੇ ਜਿਹੜੇ ਸਿਸੋਦੀਆ ਨੇ ਉਹਨਾਂ ਨੂੰ BJP ਨੂੰ ਚੇਤਾਵਨੀ ਦਿੱਤੀ ਹੈ ਕਿਉਂਕਿ ਹੁਣ ਸਿੰਘੂ ਬਾਰਡਰ ਤੇ ਵੀ ਦੇਖੋ ਪਹਿਲਾਂ ਗਾਜ਼ੀਪੁਰ ਬਾਰਡਰ ਤੇ ਇਹਨਾਂ ਨੇ ਪਾਣੀ ਦੀ ਸਪਲਾਈ ਬੰਦ ਕੀਤੀ ਤੇ ਉਹਨਾਂ ਨੇ ਟਾਇਲਟ ਵਗੈਰਾ ਸਾਰੇ ਚੁੱਕ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਅੱਜ ਸਿੰਘੂ ਬਾਰਡਰ ਤੇ ਵੀ ਉਹਨਾਂ ਨੇ ਮਤਲਬ ਬਿਜਲੀ ਪਾਣੀ ਦੀ ਸਪਲਾਈ ਜਿਹੜੀ ਬੰਦ ਕਰ ਦਿੱਤੀ ਹੈ ਤੇ ਇੰਟਰਨੈਟ ਤਾਂ ਜਿਹੜਾ ਬੰਦ ਹੀ ਕੀਤਾ ਹੋਇਆ ਤਾਂ ਕਿ ਲੋਕਾਂ ਤੱਕ ਜਿਹੜੀ ਅਸਲੀਅਤ ਆ ਉਹ ਨਾ ਪਹੁੰਚੇ, ਜੋ ਇਹ ਦਿਖਾਉਣਾ ਚਾਹੁੰਦੇ ਨੇ ਉਹੀ ਮਤਲਬ ਲੋਕਾਂ ਤੱਕ ਮੈਸੇਜ ਜਾਵੇ।
ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਭਾਜਪਾ ਦੇ ਨਿਸ਼ਾਨਾ ਸਾਧਿਆ ਤੇ ਨਾਲ ਦੀ ਨਾਲ ਕਿਹਾ ਵਾ ਕਿ ਹੰਕਾਰ ਨਾਲ ਜਿਹੜਾ ਢਿੱਡ ਨਹੀਂ ਭਰਦਾ, ਤੇ ਕਿਉਂਕਿ ਢਿੱਡ ਭਰਨ ਲਈ ਰੋਟੀ ਹੀ ਮਤਲਬ ਆਪਾਂ ਨੂੰ ਖਾਣੀ ਪੈਂਦੀ, ਤੇ ਰੋਟੀ ਜਿਹੜੇ ਕਿਸਾਨ ਹੀ ਆਪਾਂ ਨੂੰ ਦਿੰਦੇ ਆ। ਤੇ ਤੁਸੀਂ ਸਾਰਾ ਕੁਝ ਕਰਕੇ ਦੇਖ ਲਿਆ, ਤੁਸੀਂ ਇੰਟਰਨੈਟ ਬੰਦ ਕਰਤੇ, ਬਿਜਲੀ ਪਾਣੀ ਬੰਦ ਕਰਤਾ, ਜਿਹੜੇ ਲੋਕਾਂ ਨੇ ਮਤਲਬ ਬੁਨਿਆਦੀ ਹੱਕ ਨੇ ਉਹ ਤੁਸੀਂ ਕਰ ਦਿੱਤੇ। ਜੇ ਕਿਸਾਨਾਂ ਨੇ ਅੱਕ ਕੇ ਕਿਸਾਨੀ ਬੰਦ ਕਰ ਦਿੱਤੀ ਤਾਂ ਤੁਹਾਡੇ ਸਾਹ ਰੁਕ ਜਾਣੇ ਨੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੇ ਭਾਜਪਾ ਦੇ ਲੀਡਰ ਹੋ ਆਪਣੇ ਨੇਤਾਵਾਂ ਨੂੰ ਸਮਝਾਓ ਕਿ ਹਉਮੈ ਨਾਲ ਜਿਹੜਾ ਢਿੱਡ ਨਹੀਂ ਭਰਦਾ। ਤੇ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਦੇ ਦੁਆਰਾ ਕਿਹਾ ਜਾ ਰਿਹਾ, ਕਦੇ ਉਹ ਕਹਿ ਰਹੇ ਨੇ ਕਿ ਸਾਡੇ 80 ਬੰਦੇ ਜਿਹੜੇ ਜ਼ਖਮੀ ਹੋ ਗਏ, ਤੇ ਕਦੇ 100 ਬੰਦਾ ਜ਼ਖਮੀ ਹੋ ਗਿਆ, ਹੁਣ ਕਹਿ ਰਹੇ ਨੇ ਕਿ ਸਾਡੇ 400 ਬੰਦਾ ਜਿਹੜਾ ਜ਼ਖਮੀ ਹੋ ਗਿਆ। ਤੇ ਇਸੇ ਕਰਕੇ ਜਿਹੜੀਆਂ ਇਹ ਇੰਟਰਨੈਟ ਵਗੈਰਾ ਜਿਹੜੀਆਂ ਸੇਵਾਵਾਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ। ਮਤਲਬ ਸਰਕਾਰ ਹੁਣ ਜਿਹੜੀਆਂ ਮਤਲਬ ਆਪਣੀਆਂ ਸਾਜ਼ਿਸ਼ਾਂ ਤੇ ਉਤਰੇ ਆਈ ਹੈ, ਤੇ ਲੋਕਾਂ ਨੂੰ ਵੀ ਸਮਝ ਲੱਗ ਚੁੱਕਿਆ ਕਿ ਜਿਹੜਾ ਇਹ ਸਰਕਾਰ ਆ ਸਾਰਾ ਕੁਝ ਅੰਦੋਲਨ ਤੋੜਨ ਲਈ ਕਰ ਰਹੀ ਹੈ। ਸ਼ਾਇਦ ਉਹ ਤਾਂ ਹੀ ਸਮਝ ਚੁੱਕੇ ਨੇ ਕਿ ਜਿਹੜਾ ਵੀ ਕੁਝ 26 ਤਰੀਕ ਨੂੰ ਹੋਇਆ ਉਹ ਹੋ ਸਕਦਾ ਵਿੱਚ, ਜਿੱਦਾਂ ਕੱਲ ਵੀ ਉਹਨਾਂ ਨੇ ਗੁੰਡੇ ਭੇਜੇ ਸਿੰਘੂ ਬਾਰਡਰ ਤੇ ਅੱਜ ਵੀ ਆਪਾਂ ਮਤਲਬ ਗੱਲ ਕਰਾਂਗੇ, ਅੱਜ ਵੀ ਕਾਫੀ ਜਿਹੜੇ ਲੋਕ ਆਏ ਆ ਉੱਥੇ, ਪੱਥਰ ਚੱਲੇ ਆ, ਤੇ ਜਿਹੜੇ ਬੀਜੇਪੀ ਦੇ ਵਰਕਰ ਸੀਗੇ ਗੁੰਡੇ ਭੇਜ ਰਹੇ ਆ। ਤੇ ਹੋ ਸਕਦਾ ਕਿ ਜਿਹੜਾ 26 ਤਰੀਕ ਨੂੰ 2-4 ਕਿਸਾਨ ਉੱਥੇ ਅੱਗੇ ਗਏ ਹੋਣ ਤਾਂ ਬੀਜੇਪੀ ਦੇ ਜਿਹੜੇ ਲੋਕ ਆ ਉਹ ਨਾਲ ਰਲ ਗਏ ਹੋਣ ਤੇ ਉਹਨਾਂ ਨੇ ਖੜਦੁੰਗ ਮਚਾਈ ਹੋਵੇ। ਤੇ ਇਸ ਲਈ ਲੋਕ ਵੀ ਜਾਗਰੂਕ ਹੋ ਗਏ ਨੇ ਤੇ ਦੁਬਾਰਾ ਜਿਹੜਾ ਉਹਨਾਂ ਨੇ ਚਾਲੇ ਪਾ ਦਿੱਤੇ ਨੇ ਦਿੱਲੀ। ਜੀ ਇਹੀ ਨਹੀਂ, ਕੱਲੇ ਪ੍ਰਸ਼ਾਸਨ ਵੱਲੋਂ ਨਹੀਂ ਜਾਂ ਪੁਲਿਸ ਡਿਪਾਰਟਮੈਂਟ ਵੱਲੋਂ ਹੀ ਨਹੀਂ ਇਹ ਕੀਤਾ ਜਾ ਰਿਹਾ। ਹੁਣ ਇੱਕ ਨਵੀਂ ਹੋਰ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੇ ਸਾਰੇ ਇਹਨਾਂ ਦੇ ਵਰਕਰ ਹੈਗੇ ਆ ਬੀਜੇਪੀ ਦੇ, ਤੇ ਉਹ ਕੁਝ ਲੋਕਲ ਬੰਦੇ ਇਕੱਠੇ ਕਰਕੇ ਤੇ ਆਪ ਇਕੱਠੇ ਹੋ ਕੇ ਵੀ 100 ਬੰਦਾ ਇਕੱਠਾ ਹੋ ਕੇ ਉੱਥੇ ਆ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੇ ਬਾਰਡਰ ਖਾਲੀ ਕਰੋ, ਅਸੀਂ ਇੱਥੇ ਦੁਖੀ ਆ। 2 ਮਹੀਨਿਆਂ ਤੋਂ ਕੋਈ ਨਹੀਂ ਬੋਲਿਆ, ਲੇਕਿਨ ਹੁਣ ਜਿਵੇਂ ਹੀ 26 ਜਨਵਰੀ ਦੀਆਂ ਘਟਨਾਵਾਂ ਹੋਈਆਂ ਤਾਂ ਇਹਦਾ ਮਤਲਬ ਇਹ ਆ ਕਿ ਸਾਰਾ ਪਲਾਨਡ ਆ। ਇਹ ਸਾਰੇ ਜਿਹੜੇ ਹੈਗੇ ਵਰਕਰ ਐਕਚੁਅਲੀ ਬੀਜੇਪੀ ਦੇ ਆ, ਜਿਹੜੇ ਚਾਹੁੰਦੇ ਆ ਕਿ ਜਿਹੜੇ ਸਪੋਰਟ ਕਰਦੇ ਆ ਕਿ ਕਿਸਾਨ ਦੇ ਜਿਹੜੇ ਹੈਗੇ ਆ ਬਿੱਲ ਆ ਉਹਨਾਂ ਨੂੰ ਖਾਰਜ ਨਾ ਕੀਤਾ ਜਾਵੇ। ਇਹ ਇੱਕ ਸਾਫ਼-ਸਾਫ਼ ਤਸਵੀਰ ਨਜ਼ਰ ਆਉਂਦੀ ਆ, ਪਰ ਪਤਾ ਨਹੀਂ ਕਿਉਂ ਨਹੀਂ ਜਿਹੜਾ ਨੈਸ਼ਨਲ ਮੀਡੀਆ ਜਾਂ ਦੂਸਰਾ ਮੀਡੀਆ ਉਹਨਾਂ ਨੂੰ ਐਂ ਲੱਗਦਾ ਕਿ ਅਸੀਂ ਜੋ ਵੀ ਦਿਖਾਵਾਂਗੇ ਉਹ ਆਮ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਲੱਗੇਗਾ। ਜੇ ਆਪਾਂ ਕਹੀਏ ਵੀ ਸਾਰੇ ਚੀਜ਼ਾਂ ਠੀਕ ਹੋ ਰਹੀਆਂ, ਸਾਰੀਆਂ ਚੀਜ਼ਾਂ ਠੀਕ ਨਹੀਂ ਹੋ ਰਹੀਆਂ। ਜਦੋਂ ਤੁਸੀਂ ਦੇਖਦੇ ਹੋ ਵੀਡੀਓਜ਼ ਵੀ ਦੇਖਦੇ ਹੋ, ਤੁਸੀਂ ਦੇਖਦੇ ਹੋ ਕਿ ਜਿਹੜਾ ਉੱਥੇ ਇਹ ਕਹਿਣ ਆਇਆ ਵਾ ਬੰਦਾ ਵੀ ਤੁਸੀਂ ਇੱਥੋਂ ਬਾਰਡਰ ਖਾਲੀ ਕਰੋ, ਵੀ ਅਸੀਂ ਤਾਂ ਇਸ ਪਿੰਡਾਂ 'ਚ ਰਹਿਣ ਵਾਲੇ ਹਾਂ, ਤੇ ਉਹ ਪਿੰਡ ਵਾਲੇ ਬੰਦੇ ਦਾ ਮੂੰਹ ਟਕਿਆ ਹੋਇਆ ਪੁਲਿਸ ਵਾਲੇ ਤੋਂ ਸੋਟੀ ਫੜ ਕੇ ਉਹ ਕਿਸਾਨਾਂ ਦੇ ਵੱਲ ਵੱਧ ਰਿਹਾ ਮਾਰਨ ਦੇ ਲਈ। ਇਹ ਕਿਵੇਂ ਪੋਸੀਬਲ ਹੈ ਵੀ ਇੱਕ ਪਿੰਡ ਵਾਲੇ ਬੰਦੇ ਵਿੱਚ ਇੰਨੀ ਜ਼ਰੂਰਤ ਹੋਵੇ ਵੀ ਉਹ ਇਸ ਤਰ੍ਹਾਂ ਕਰ ਸਕੇ? ਤੇ ਇਹਦੇ ਬਾਰੇ ਕੀ ਹੈਗੀ ਤੁਹਾਡੇ ਕੋਲ ਜਾਣਕਾਰੀ, ਜਦੋਂ ਲੋਕਾਂ ਨੇ ਆ ਕੇ ਕਿਸਾਨਾਂ ਦੇ ਨਾਲ ਥੋੜੀ ਜਿਹੀ ਜਦੋਜਹਿਦ ਕੀਤੀ? ਹਾਂਜੀ, ਅੱਜ ਕੱਲ ਵੀ ਜਿਹੜੇ ਲੋਕ ਜਿੱਦਾਂ ਤੁਸੀਂ ਦੱਸਿਆ 100 ਦੇ ਕਰੀਬ ਆਏ ਸੀ, ਤੇ ਅੱਜ ਫਿਰ ਇੱਕ ਵਾਰੀ ਜਿਹੜਾ ਹੰਗਾਮਾ ਦੁਪਹਿਰੇ ਹਜੇ ਵੀ ਜਿਹੜੀ ਸਥਿਤੀ ਆ ਥੋੜੀ ਤਣਾਅਪੂਰਨ ਬਣੀ ਹੋਈ ਆ, ਕਿਉਂਕਿ 1 ਵਜੇ ਜਿਹੜੇ ਦੇ ਕਰੀਬ ਜਿਹੜੇ ਧਰਨੇ ਵਾਲੀ ਥਾਂ ਤੇ ਲੋਕ ਆਏ ਤੇ ਉਹਨਾਂ ਨੇ ਇੱਕੋ ਦਮ ਜਿਹੜੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ਕਰਦੇ ਕਰਦੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਰਡਰ ਖਾਲੀ ਕਰੋ, ਤੇ ਕਿਉਂਕਿ ਉਹਨਾਂ ਨੇ ਕਿਹਾ ਕਿ ਅੰਦੋਲਨ ਕਰਕੇ ਜਿਹੜੇ ਲੋਕਾਂ ਨੇ ਕਾਰੋਬਾਰ ਜਿਹੜੇ ਠੱਪ ਹੋ ਗਏ ਆ। ਇਸ ਤੋਂ ਬਾਅਦ ਪੁਲਿਸ ਜਦ ਕਿ ਉੱਥੇ ਮਿਲਟਰੀ ਲੱਗੀ ਹੋਈ ਆ, ਸਾਰਾ ਕੁਝ ਚੁੱਪਚਾਪ ਦੇਖਦੀ ਰਹੀ, ਕਿਉਂਕਿ ਆਪਣੇ ਕੋਲ ਵੀਡੀਓਜ਼ ਵੀ ਆਈਆਂ ਹੋਈਆਂ ਨੇ ਜਿੱਥੇ ਪੁਲਿਸ ਸ਼ਾਂਤਮਈ ਤਰੀਕੇ ਨਾਲ ਖੜੀ ਦੇਖ ਰਹੀ ਆ। ਤੇ ਉਹ ਜਿਹੜੇ ਲੋਕ ਸੀਗੇ ਜਿਹੜੇ ਆਪਣੇ ਆਪ ਨੂੰ ਕਿਸਾਨ ਦੱਸ ਰਹੇ ਨੇ ਪਿੰਡਾਂ ਦੇ, ਉਹਨਾਂ ਨੇ ਲੋਕਾਂ ਦੇ ਟੈਂਟਾਂ ਤੱਕ ਪਹੁੰਚ ਕੇ ਉਹਨਾਂ ਨੇ ਟੈਂਟ ਤੱਕ ਪਾੜ ਦਿੱਤੇ, ਤਾਂ ਵੀ ਕਿਸਾਨ ਆ ਜਿਹੜੇ ਸ਼ਾਂਤ ਰਹੇ, ਕਿਉਂਕਿ ਸ਼ਾਇਦ ਉਹ ਭੜਕਾ ਰਹੇ ਸੀ, ਉਕਸਾ ਰਹੇ ਸੀ ਕਿ ਇਹ ਕੁਝ ਕਰਨ ਤੇ ਫਿਰ ਸਾਨੂੰ ਮੌਕਾ ਮਿਲੇ। ਤੇ ਇਸ ਤੋਂ ਬਾਅਦ ਉਹਨਾਂ ਨੇ ਪੱਥਰ ਮਾਰੇ, ਉਸ ਤੋਂ ਬਾਅਦ ਵੀ ਉਹ ਹਟੇ ਨਹੀਂ। ਉਹਨਾਂ ਨੇ ਜਿਹੜੀਆਂ ਬਾਹਰ ਉਹਨਾਂ ਦੀਆਂ ਜਿੱਦਾਂ ਵਾਸ਼ਿੰਗ ਮਸ਼ੀਨਸ ਵਗੈਰਾ ਲਗਾਈਆਂ ਹੋਈਆਂ ਸੀ ਉਹ ਸਾਰੀਆਂ ਉਹਨਾਂ ਨੇ ਲਾਠੀਆਂ ਦੇ ਨਾਲ ਤੋੜ ਦਿੱਤੀਆਂ, ਤੇ ਬਹੁਤ ਜ਼ਿਆਦਾ ਝੜਪ ਹੋਈ ਤੇ ਹੱਦ ਤੋਂ ਵੱਧ ਜਿਹੜੇ ਪੱਥਰ ਸੁੱਟੇ ਗਏ ਲੋਕਾਂ ਦੇ। ਪਰ ਜਦੋਂ ਬੇਕਾਬੂ ਹੋ ਗਈ ਸਥਿਤੀ, ਪੁਲਿਸ ਨੂੰ ਵੀ ਲੱਗਿਆ ਕਿ ਜਿੱਦਾਂ ਕਿਸਾਨ ਬਿਲਕੁਲ ਸ਼ਾਂਤ ਰਹੇ, ਕਿਉਂਕਿ ਉਹਨਾਂ ਦੇ ਵਾਰ-ਵਾਰ ਅਪੀਲ ਕੀਤੀ ਜਾਂਦੀ ਸੀ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ, ਕਿ ਹੁਣ ਆਪਾਂ ਇਹਨਾਂ ਦੀਆਂ ਜਿਹੜੀਆਂ ਚਾਲਾਂ ਦੇ ਵਿੱਚ ਨਹੀਂ ਆਉਣਾ। ਇਹ ਆਪਾਂ ਨੂੰ ਉਕਸਾ ਰਹੇ ਨੇ ਕਿ ਆਪਾਂ ਕੁਝ ਨਾ ਕੁਝ ਗਲਤ ਕਰੀਏ ਤਾਂ ਕਿ ਸਾਰਾ ਬਲੇਮ ਆ ਜਿਹੜਾ ਫਿਰ ਦੁਬਾਰਾ ਕਿਸਾਨੀ ਅੰਦੋਲਨ ਤੇ ਆ ਜਾਵੇ। ਪਰ ਜਦੋਂ ਜਿਹੜੀ ਸਥਿਤੀ ਹੱਥੋਂ ਬਾਹਰ ਨਿਕਲ ਗਈ, ਫਿਰ ਜਿਹੜੀ ਪੁਲਿਸ ਸੀ ਉਹਨੇ ਲਾਠੀ ਚਾਰਜ ਕੀਤਾ, ਤੇ ਫਿਰ ਜਦੋਂ ਝੜਪ ਹੋਈ ਤਾਂ ਪੁਲਿਸ ਦੇ ਵੀ ਜਿਹੜੇ SHO ਆ ਇੱਕ ਉਹਨਾਂ ਨੂੰ ਸੱਟਾਂ ਲੱਗੀਆਂ ਨੇ, ਜ਼ਖਮੀ ਹੋਏ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਰਹੇ ਸੀ ਕਿ ਅਸੀਂ ਜਿਹੜਾ ਤਿਰੰਗੇ ਦਾ ਵਿਰੋਧ ਜੋ ਤੁਸੀਂ ਕੀਤਾ ਉਹਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਤੇ ਪੁਲਿਸ ਨੇ ਹਾਲਾਂਕਿ ਉਹਨਾਂ ਨੂੰ ਭਜਾ ਦਿੱਤਾ। ਪਰ ਜਿਹੜੀ ਸਥਿਤੀ ਆ ਮਤਲਬ ਹੁਣ ਸਪਸ਼ਟ ਹੋ ਗਈ ਆ ਕਿ ਜਿਹੜੇ ਲੋਕ ਨੇ ਇਹ BJP ਦੇ ਹੀ ਗੁੰਡੇ ਨੇ, ਕਿਉਂਕਿ ਕਿਸਾਨ ਜੇ ਕੋਈ ਹੁੰਦਾ
ਕੋਈ ਵੀ ਕਿਸਾਨ ਆ ਉਹ ਦੂਜੇ ਕਿਸਾਨ ਦਾ ਜਿਹੜਾ ਦਰਦ ਜ਼ਰੂਰ ਸਮਝੂਗਾ, ਉਹ ਕਿਸੇ ਨਾਲ ਧੱਕਾ ਮੁੱਕੀ ਨਹੀਂ ਕਰੂ, ਪੱਥਰਬਾਜ਼ੀ ਨਹੀਂ ਕਰੂ, ਕਿਉਂਕਿ ਧਰਨੇ ਦੇ ਵਿੱਚ ਇਕੱਲੇ ਨੌਜਵਾਨ ਨਹੀਂ, ਬਜ਼ੁਰਗ ਵੀ ਨੇ, ਬੀਬੀਆਂ ਵੀ ਨੇ ਤੇ ਛੋਟੇ ਛੋਟੇ ਬੱਚੇ ਵੀ ਨੇ। ਕਿਸੇ ਨੂੰ ਜ਼ਿਆਦਾ ਵੀ ਜਿਹੜੀ ਹਾਂਜੀ ਬਹੁਤ ਸਾਰਾ ਵਿਰੋਧ ਹੋ ਜਾਣਾ ਸੀ। ਤੇ ਇਸ ਤੋਂ ਬਾਅਦ ਹੀ ਜਿਹੜਾ ਮਤਲਬ ਲੋਕਾਂ ਨੂੰ ਵੀ ਸਮਝ ਆ ਚੁੱਕੀ ਹੈ ਕਿ ਜਿਹੜਾ ਇਹ ਹੁਣ ਜਿਹੜੀ ਸਰਕਾਰ ਆ ਉਹ ਘਟੀਆ ਹਰਕਤਾਂ ਦੇ ਉਤਰੇ ਆਈ ਹੈ, ਮਤਲਬ ਹੁਣ ਆਪਣਾ ਬਲ ਦਿਖਾ ਰਹੀ ਹੈ, ਤਾਨਾਸ਼ਾਹੀ ਵਾਲਾ ਜਿਹੜਾ ਰਵੱਈਆ ਵਾ ਉਹ ਅਪਣਾ ਰਹੀ ਹੈ ਹੁਣ ਜੀ। देश भर के किसान भाइयों, अभी अभी सूचना मिली है कि गाजीपुर बॉर्डर पे जो हमारे यूपी के किसान भाई वहाँ पे धरना लगाकर बैठे हुए हैं, उन सभी को खदेड़ने के लिए वहाँ से उनका धरना चुकवाने के लिए पुलिस फोर्स और अपने आरएसएस के कुछ लोगों के द्वारा सरकार का ये प्रयास किया जा रहा है कि उनका धरना उठवाया जाए। इसके लिए मैं सभी देशवासियों को, जो किसान भाई हैं कहीं पे भी बैठे हैं, सभी को ये अपील करूंगा कि अब घर बैठने का समय नहीं है, अब मैदान में उतरने का समय है। अगर ज़मीन बचानी है तो वापस आएं, ज़मीन बचाने के लिए इन मोर्चों में आएं। और मैं ये भी कहना चाहता हूँ यहाँ से सिंगू बॉर्डर से कि जो सरकार ये प्रयास कर रही है, अगर वहाँ पे हमारे जो किसान भाई बैठे हैं, ये मत सोचे सरकार के वहाँ पे जो हम लोगों ने, सरकार ने जो चाल चली थी हमारे साथ, हमें खदेड़ने की, हमें तोड़ने की, हमें आपस में बांटने की, कि वो इस चाल में सफल हो जाएगी। हम पंजाब के किसान, यूपी के किसान, हरियाणा, मध्य प्रदेश, अपना राजस्थान, केरला, कर्नाटका, जितने भी किसान इस मोर्चे में कहीं किसी भी तरीके से मिलकर ये आंदोलन कर रहे हैं, हम सब एक हैं और एक होकर लड़ेंगे। अगर वहाँ के किसानों के ऊपर किसी तरह का बल प्रयोग किया सरकार ने तो वो अच्छा नहीं होगा। हम पूरे का पूरा पंजाब उन मेरे भाइयों के साथ खड़े हैं जिनके ऊपर ये बल प्रयोग करने का ये प्रयास कर रही है सरकार। सरकार को तुरंत इस अपनी कार्रवाई से पीछे हटना चाहिए। और किसान कर क्या रहे हैं वहाँ पे? कुछ नहीं कर रहे, वो अपनी मांग लेकर बैठे हुए हैं। अगर सरकार उनसे ये ऐसे धक्के से उनको वहाँ से उठाने का प्रयास करेगी तो पूरा देश उन किसानों के साथ खड़ा होगा। ਪੋਸੀਬਿਲਿਟੀ ਇਹ ਵੀ ਹੈਗੀ ਹੈ ਕਿ ਜਦੋਂ 26 ਜਨਵਰੀ ਨੂੰ ਕਾਲ ਕੀਤੀ ਸੀ, ਕਿੰਨੀਆਂ ਲੱਖਾਂ ਟਰੈਕਟਰ ਟਰਾਲੀਆਂ ਅਲੱਗ-ਅਲੱਗ ਜਿਹੜੇ ਰਾਜਾਂ ਤੋਂ ਆਈਆਂ, ਤੇ ਕੁਝ ਲੋਕ ਐਂ ਵੀ ਹੁੰਦਾ ਵੀ ਇਹ ਸੋਚ ਲੈਂਦੇ ਵੀ ਹੁਣੇ ਵਾਪਸ ਵੀ ਗਏ ਆ, ਉਹਨਾਂ ਨੇ ਇੱਥੇ ਰਹਿਣਾ ਤਾਂ ਹੈ ਨਹੀਂ। ਪਰ ਕੁਝ ਲੋਕ ਜਿਹੜੇ ਉੱਥੇ ਬੈਠੇ ਸੀ 2-2.5 ਮਹੀਨੇ ਦੇ, ਕਈ ਵਾਰੀ ਇੱਕ ਬ੍ਰੇਕ ਲੈਣ ਲਈ ਵੀ ਚਲੇ ਜਾਂਦੇ ਵੀ ਚੱਲ ਅਸੀਂ ਪਿੰਡ ਹੋ ਕੇ ਜਾਂ ਵਾਪਸ ਆ ਜਾਾਂਗੇ। ਤਾਂ ਸਰਕਾਰ ਨੂੰ ਲੱਗਿਆ ਕਿ ਸ਼ਾਇਦ ਇਹ ਧਰਨਾ ਟੁੱਟ ਗਿਆ। ਪਰ ਜਿਵੇਂ ਹੀ ਕੱਲ ਰਾਤ ਉੱਥੋਂ ਅਪੀਲ ਕੀਤੀ ਗਈ ਕਿਸਾਨਾਂ ਦੇ ਲਈ, ਤਾਂ ਉਵੇਂ ਹੀ ਕਿਸਾਨ ਵਾਪਸ ਫਿਰ ਮੁੜਿਆ ਹੈ, ਇੱਕਦਮ ਫਿਰ ਹਜੂਮ ਆ ਗਿਆ, ਜਿਸ ਨਾਲ ਸਰਕਾਰ ਨੂੰ ਫਿਰ ਉਸ ਦੇ ਲਈ ਇੱਕ ਤਰ੍ਹਾਂ ਨਾਲ ਹੱਥਾਂ ਪੈਰਾਂ ਦੀ ਪੈ ਗਈ ਜੀ। ਜੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਸਰਕਾਰ ਆ ਹੁਣ ਟਿੱਕਰੀ ਬਾਰਡਰ ਦੇ ਉੱਤੇ ਕੀ ਸਥਿਤੀ ਆ ਇਸ ਹਾਲਾਤ ਦੇ ਵਿੱਚ? ਹੁਣ ਕਿੰਨਾ ਕੁ ਉੱਥੇ ਜਿਹੜੇ ਹੈਗੇ ਸਾਡੇ ਜਿਹੜੇ ਨੇਤਾ ਬੈਠੇ ਆ, ਉਹਨਾਂ ਦਾ ਕੋਈ ਵੀ ਹੁਣ ਇਸ ਟਾਈਮ ਜਿਹੜਾ ਬਿਆਨ ਨਹੀਂ ਆ ਰਿਹਾ? ਹਾਂਜੀ ਦੇਖੋ, ਜਿਹੜੇ ਅੰਦੋਲਨ ਆ ਉਹ ਜਿਹੜੀ ਸਥਿਤੀ ਆ, ਦੇਖੋ ਜਦੋਂ ਇੰਨੇ ਹਾਲਾਤ ਤਣਾਅਪੂਰਨ ਬਣ ਜਾਂਦੇ ਨੇ, ਮਤਲਬ ਪੱਥਰਬਾਜ਼ੀ ਹੋ ਰਹੀ ਆ ਜਾਂ ਤੁਹਾਡਾ ਪਾਣੀ ਬਿਜਲੀ ਸਾਰਾ ਕੁਝ ਬੰਦ ਕਰ ਦਿੱਤਾ, ਜਿਹੜੇ ਪਰਿਵਾਰ ਹੁੰਦੇ ਆ ਉਹਨਾਂ ਨੂੰ ਜ਼ਰੂਰ ਫਿਕਰ ਹੁੰਦੀ ਹੈ ਵੀ ਅੱਗੇ ਕੀ ਬਣੂਗਾ ਕੀ ਨਹੀਂ। ਪਰ ਜਿਹੜੇ ਲੋਕ ਨੇ ਉਹ ਡਟੇ ਹੋਏ ਨੇ। ਹਾਲਾਂਕਿ ਕੁਝ ਕੁ ਕਿਸਾਨਾਂ 'ਚ ਜਿਹੜੀ ਬੇਚੈਨੀ ਦੇਖੀ ਜਾ ਰਹੀ ਹੈ, ਪਰ ਜਿਹੜੇ ਲੀਡਰ ਨੇ ਉਹ ਲਗਾਤਾਰ ਜਿਹੜਾ ਮਤਲਬ ਉਹਨਾਂ ਨੇ ਸਟੇਜ ਸੰਭਾਲੀ ਹੋਈ ਆ ਤੇ ਜਿਹੜੇ ਲੋਕਾਂ ਨੂੰ ਕਹਿ ਰਹੇ ਆ ਕਿ ਹੁਣ ਪਿੱਛੇ ਜਿਹੜਾ ਉਹ ਹਟਣਾ ਨਹੀਂ ਹੈਗਾ ਤੇ ਜਿੱਦਾਂ ਵੀ ਹੈਗਾ ਹੌਸਲਾ ਬਣਾ ਕੇ ਰੱਖਣਾ ਵਾ। ਤੇ ਕਿਉਂਕਿ ਬਹੁਤ ਸਾਰੇ ਗਿਣਤੀ ਦੇ ਵਿੱਚ ਜਿਹੜਾ ਕੱਲ ਵਾਕਿਆ ਹੋਇਆ, ਖਾਸ ਕਰਕੇ ਜਿਹੜਾ ਗਾਜੀਪੁਰ ਤੇ ਵਾਕਿਆ ਹੋਇਆ ਕੱਲ, ਉਸ ਤੋਂ ਬਾਅਦ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਰਿਆਣਾ ਦੇ ਹਿਸਾਰ ਆ, ਭਵਾਨੀ, ਕੈਥਲ, ਸੋਨੀਪਤ ਜਾਂ ਪਾਣੀਪਤ ਦੇ ਜਿਹੜੇ ਜ਼ਿਲ੍ਹੇ ਆ, ਘਰਾਂ ਤੋਂ ਲੋਕਾਂ ਨੇ ਰਵਾਨਗੀ ਪਾ ਦਿੱਤੀ ਹੈ ਤੇ ਹੁਣ ਮਤਲਬ ਧਰਨੇ ਦੇ ਵਿੱਚ ਇੱਕ ਨਵਾਂ ਜਿੱਦਾਂ ਜਾਨ ਪੈ ਗਈ ਹੈ। ਤੇ ਲੋਕ ਜਿਹੜਾ ਕੱਲ ਰਾਸ਼ਟਰੀ ਰਾਜਮਾਰਗ ਜਿਹੜਾ 44 ਉੱਥੇ ਅਨੇਕ ਕਿਸਾਨ ਹੁਣ ਜਿਹੜੇ ਦੁਬਾਰਾ ਵੇਖੇ ਜਾ ਸਕਦੇ, ਜਿਹੜਾ ਇੱਕ ਵਾਰੀ ਜਿਹੜਾ ਖਾਲੀ ਹੋ ਚੁੱਕਿਆ ਸੀ, ਕਿਉਂਕਿ ਰਾਤੋਂ ਰਾਤ ਕਈ ਲੋਕ ਅਜਿਹੇ ਸੀ ਜਿਹੜੇ ਵਿਚਾਰੇ ਕੱਲ ਹੀ ਘਰੇ ਜਾ ਕੇ ਜਿੱਦਾਂ 9 ਵਜੇ ਬੈਠੇ, ਜਦੋਂ ਉਹਨਾਂ ਨੇ ਵੀਡੀਓਜ਼ ਵਗੈਰਾ ਦੇਖੀਆਂ, ਕਿਉਂਕਿ ਨੈਟ ਵੀ ਬੰਦ ਕੀਤੇ ਹੋਏ ਨੇ ਹਰਿਆਣਾ ਦੇ ਵਿੱਚ, ਤਾਂ ਕਿਸੇ ਤੋਂ ਪਤਾ ਲੱਗਿਆ, ਕੋਈ ਇਨਫੋਰਮੇਸ਼ਨ ਮਿਲੀ, ਉਹ ਉਸੇ ਪੈਰੇ ਜਿਹੜੇ ਵਾਪਸ
ਆ ਗਏ ਤੇ ਕਿਉਂਕਿ ਨਾਲ ਦੀ ਨਾਲ ਜਿਹੜੇ ਹੁਣ ਭਾਜਪਾ ਦੇ ਜਿਹੜੇ ਸਮਰਥਕ ਆ, ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੂੜ ਪ੍ਰਚਾਰ ਕਰ ਰਹੇ ਨੇ, ਅਫਵਾਹਾਂ ਫੈਲਾ ਰਹੇ ਨੇ ਤੇ ਗੋਦੀ ਮੀਡੀਆ ਦਾ ਜਿਹੜਾ ਸਹਾਰਾ ਲੈ ਰਹੇ ਨੇ। ਕਿਉਂਕਿ ਆਪਾਂ ਦੇਖਿਆ ਕਿ ਗੋਦੀ ਮੀਡੀਆ ਜਿਹੜਾ 62 ਦਿਨਾਂ ਦੇ ਵਿੱਚ ਜਾਂ 63 ਦਿਨਾਂ ਦੇ ਵਿੱਚ ਉੱਥੇ ਜਾ ਕੇ ਨਹੀਂ ਖੜਿਆ, ਕਦੇ ਕੋਈ ਉਹਨਾਂ ਨੇ ਪੱਖ ਨਹੀਂ ਸੁਣਿਆ ਕਿਸਾਨਾਂ ਦਾ। ਪਰ ਕੱਲ ਜਦੋਂ ਹਾਲਾਤ ਗਾਜੀਪੁਰ ਤੇ ਬਹੁਤ ਜ਼ਿਆਦਾ ਮਤਲਬ ਹੋ ਗਏ ਸੀਗੇ ਖਰਾਬ, ਹਾਂਜੀ, ਉਹ ਸਾਰਾ ਉਹਨਾਂ ਨੇ ਲਾਈਵ ਕੀਤਾ ਤੇ ਨਾਲ ਦੀ ਨਾਲ ਬਹੁਤ ਕੁਝ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਅੱਤਵਾਦੀ ਨੇ, ਇਹ ਇਦਾਂ ਨੇ, ਇਹ ਉਦਾਂ ਨੇ। ਮਤਲਬ ਇੱਕ ਤਰ੍ਹਾਂ ਲੋਕਾਂ ਦੇ ਵਿੱਚ ਗਲਤ ਮੈਸੇਜ ਉਹ ਜਿਹੜਾ ਪੂਰਾ ਪ੍ਰਚਾਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਜੀ। ਜੇ ਹਰਿਆਣਾ ਦੀ ਆਪਾਂ ਗੱਲ ਕਰੀਏ, ਜਿਵੇਂ ਹਾਲਾਤ ਚੇਂਜ ਹੋਏ ਸੀ ਤਾਂ ਹਰਿਆਣਾ ਦੇ ਬਹੁਤ ਸਾਰੇ ਜਿਹੜੇ ਸੀਗੇ ਟੋਲ ਪਲਾਜ਼ਾ ਨੂੰ ਦੁਬਾਰਾ ਤੋਂ ਔਨ ਕਰ ਦਿੱਤਾ ਗਿਆ ਸੀ, ਪਰਚੀਆਂ ਕੱਟੀਆਂ ਜਾ ਰਹੀਆਂ ਸੀ। ਪਰ ਜਿਵੇਂ ਹੀ ਦੁਬਾਰਾ ਕਾਲ ਹੋਈ ਤਾਂ ਉਹ ਟੋਲ ਪਲਾਜ਼ਾ ਫਿਰ ਦੁਬਾਰਾ ਫ੍ਰੀ ਕਰ ਦਿੱਤੇ ਗਏ ਤੇ ਕਿਸਾਨਾਂ ਨੇ ਮੁੜਨਾ ਸਟਾਰਟ ਕਰ ਦਿੱਤਾ। ਜੀ ਹਾਂ ਜੀ, ਦੇਖੋ ਇਹ ਪਤਾ ਲੱਗਿਆ ਕਿ ਲੰਗਰ ਵੀ ਸਟਾਰਟ ਹੋ ਗਏ ਦੁਬਾਰਾ, ਕਿਉਂਕਿ ਲੋਕਾਂ ਨੂੰ ਉੱਥੇ ਖਾਣ ਪੀਣ ਦੀ ਮੁਸ਼ਕਲ ਆ ਰਹੀ ਸੀ। ਹਾਂਜੀ, ਦੇਖੋ ਕੱਲ ਹੀ ਜਦੋਂ ਲੱਗਿਆ ਵੀ ਥੋੜਾ ਜਿਹਾ ਸਿਚੁਏਸ਼ਨ, ਕਿਉਂਕਿ ਇਹਨਾਂ ਨੂੰ ਸਾਰਾ ਨੌਲੇਜ ਹੁੰਦੀ ਹੈ ਤੇ ਫੋਨ ਤੇ ਇੱਕ ਦੂਜੇ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ। ਜਿੱਦਾਂ ਕੱਲ ਲੱਗਿਆ ਵੀ ਜਿਹੜੇ ਧਰਨੇ ਆ ਜਾਂ ਅੰਦੋਲਨ ਆ ਉਹ ਚੁਕਵਾਇਆ ਜਾ ਸਕਦਾ ਵਾ, ਕਿਉਂਕਿ ਸਿਚੁਏਸ਼ਨ ਕੱਲ ਬਹੁਤ ਮਤਲਬ ਹਾਲਾਤ ਹੱਥੋਂ ਨਿਕਲ ਗਏ ਸੀ। ਤੇ ਫਿਰ ਜਿਹੜੀ ਪੁਲਿਸ ਸੀਗੀ ਉਹਨੇ ਜਬਰੀ ਜਿਹੜਾ ਕਿਸਾਨਾਂ ਦੇ ਧਰਨੇ ਨੂੰ ਚੁਕਵਾ ਦਿੱਤਾ ਸੀ। ਜਿਹੜਾ ਪਾਣੀਪਤ ਤੇ ਲੱਗਿਆ ਸੀ ਟੋਲ ਪਲਾਜ਼ਾ ਤੇ ਲਾਠੀ ਚਾਰਜ ਕੀਤਾ ਗਿਆ ਕਿਸਾਨਾਂ ਤੇ, ਉਹਨਾਂ ਨੂੰ ਚੁਕਾ ਦਿੱਤਾ ਗਿਆ। ਪਰ ਜਦੋਂ ਕੱਲ ਮਤਲਬ ਅਪੀਲ ਤੋਂ ਬਾਅਦ ਜਿਹੜੇ ਰਕੇਸ਼ ਕੈਤ ਨੇ ਅਪੀਲ ਕੀਤੀ ਤੇ ਬਾਕੀ ਕਿਸਾਨ ਜਥੇਬੰਦੀਆਂ ਨੇ ਵੀ ਜਿਹੜੇ ਧਰਨੇ ਆ ਉਸੇ ਤਰ੍ਹਾਂ ਲਗਾ ਕੇ ਰੱਖੋ, ਟੋਲ ਮੁਕਤ। ਤੇ ਜਿਹੜੇ ਲੀਡਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪਹਿਲਾਂ ਟੋਲ ਪਲਾਜ਼ੇ ਸੀ ਉੱਥੇ ਲੰਗਰ ਸ਼ੁਰੂ ਕੀਤਾ ਤੇ ਜਿਹੜੇ ਟੋਲ ਫ੍ਰੀ ਜਿਹੜੇ ਉਹ ਕਰਵਾਏ ਸਾਰੇ ਜਿਹੜੇ ਪਲਾਜ਼ਾ ਸੀਗੇ। ਤੇ ਕਿਉਂਕਿ ਨਾਲ ਦੀ ਨਾਲ ਸਰਕਾਰ ਨੂੰ ਵੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਜਿਹੜਾ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਹਾਂ, ਜੇ ਤੁਸੀਂ ਬਲ ਦਾ ਪ੍ਰਯੋਗ ਕੀਤਾ ਜਾਂ ਜਿਹੜੀਆਂ ਘਟੀਆ ਸਾਜ਼ਿਸ਼ਾਂ ਕੀਤੀਆਂ ਤਾਂ ਜਿਹੜੇ ਨਤੀਜੇ ਉਹ ਠੀਕ ਨਹੀਂ ਹੋਣਗੇ। ਤੇ ਕਿਉਂਕਿ ਇਸ ਤੋਂ ਬਾਅਦ ਲੁਧਿਆਣਾ ਦਾ ਜਿਹੜਾ ਲਾਡੋਵਾਲ ਦਾ ਪਲਾਜ਼ਾ ਉਹ ਵੀ ਜਿਹੜੀ 26 ਤਰੀਕ ਦੀ ਜਿਹੜੀ ਘਟਨਾ ਹੋਈ ਉਸ ਤੋਂ ਬਾਅਦ ਕੱਲ ਉਹਨੂੰ ਖੋਲਣ ਦੀ ਜਿਹੜੀ ਤਿਆਰੀ ਕਰ ਦਿੱਤੀ ਗਈ ਸੀ। ਤੇ ਵੱਧ ਤੋਂ ਵੱਧ ਲੋਕਾਂ ਨੇ ਅਪੀਲ ਕੀਤੀ ਸੀ ਕਿ 3 ਵਜੇ ਤੱਕ ਜਿਹੜਾ ਤੁਸੀਂ ਟੋਲ ਪਲਾਜ਼ਾ ਤੇ ਪਹੁੰਚ ਜਾਓ, ਕਿਉਂਕਿ ਕਿਸੇ ਵੀ ਟਾਈਮ ਜਿਹੜਾ ਇਹ ਟੋਲ ਜਿਹੜਾ ਪਲਾਜ਼ਾ ਉਹ ਖੋਲ ਸਕਦੇ ਨੇ। ਇਸੇ ਤਰ੍ਹਾਂ ਰੋਹਤਕ ਟੋਲ ਪਲਾਜ਼ਾ, ਫਿਰ ਦਿੱਲੀ ਅੰਮ੍ਰਿਤਸਰ ਵਾਲਾ, ਇਹ ਸਾਰੇ ਜਿਹੜੇ ਇੱਕ ਤਰ੍ਹਾਂ ਚਾਲੂ ਕਰ ਦਿੱਤੇ ਗਏ ਸੀ। ਤੇ ਉਸ ਤੋਂ ਬਾਅਦ ਦੁਬਾਰਾ ਕਿਸਾਨਾਂ ਨੇ ਜਾ ਕੇ ਉਹ ਟੋਲ ਫ੍ਰੀ ਕਰਾਏ ਨੇ ਤੇ ਜਿਹੜੇ ਉੱਥੇ ਦੁਬਾਰਾ ਜਾ ਕੇ ਜਿਹੜਾ ਲੰਗਰ ਲਗਾ ਦਿੱਤਾ ਗਿਆ ਵਾ ਜੀ। ਈਵਨ ਜੇ ਆਪਾਂ ਦੇਖੀਏ ਨਾ ਜਿਹੜੇ ਸੈਟੇਲਾਈਟ ਜਾਂ ਜੇ ਆਪਾਂ ਗੱਲ ਕਰੀਏ ਜਿਹੜੇ ਸੋਸ਼ਲ ਮੀਡੀਆ ਤੇ ਆ, ਉਹ ਚੈਨਲ ਇਸ ਟਾਈਮ ਇੰਨੇ ਜ਼ਿਆਦਾ ਨਹੀਂ ਚੱਲ ਰਹੇ। ਜਾਂ ਤਾਂ ਡਰ ਗਿਆ ਮੀਡੀਆ, ਕਿਉਂਕਿ ਉਹ ਜਾਂ ਤਾਂ ਸ਼ੌਕੀਆ ਕਰ ਰਹੇ ਹੁੰਦੇ ਆ, ਜਾਂ ਕਿਸੇ ਚੈਨਲ ਤੋਂ ਹਟ ਕੇ ਉਹਨਾਂ ਨੇ ਆਪਣਾ ਇੱਕ ਚੈਨਲ ਬਣਾਇਆ ਹੁੰਦਾ। ਉਹਨਾਂ ਕੋਲ ਇੰਨੀ ਜ਼ਿਆਦਾ ਕ੍ਰੈਡੀਬਿਲਿਟੀ ਵੀ ਨਹੀਂ ਹੁੰਦੀ ਤੇ ਨਾ ਹੀ ਉਹਨਾਂ ਕੋਲ ਇੰਨਾ ਜਿਹੜਾ ਜ਼ੋਰ ਹੁੰਦਾ ਵੀ ਉਹ ਲੜ ਸਕਣ ਇਹਨਾਂ ਹਾਲਾਤਾਂ ਦੇ ਨਾਲ। ਪਰ ਜਿਹੜਾ ਆਪਣਾ ਮੀਡੀਆ ਹੈਗਾ, ਪੰਜਾਬੀ ਚੈਨਲ ਜਿਹੜੇ ਆਲਰੇਡੀ ਚੱਲ ਰਹੇ ਆ, ਜਿਹੜੇ ਲਾਇਸੈਂਸ ਬੇਸਡ ਚੈਨਲ ਆ, ਉਹ ਵੀ ਕੋਈ ਜ਼ਿਆਦਾ ਇਹਨੂੰ ਨਹੀਂ ਦਿਖਾ ਰਹੇ। ਜੇ ਆਪਾਂ ਦੇਖੀਏ ਤਾਂ ਛਿਟਪੁੱਟ ਜਿਹੜੀਆਂ ਹੈਗੀਆਂ ਖਬਰਾਂ ਜਾਂ ਦਿਖਾਉਂਦੇ ਆ, ਜਿੰਨਾ ਕੁ ਉਹ ਮਤਲਬ ਪ੍ਰਭਾਵਿਤ ਨਾ ਕਰਨ। ਇਹਦੇ ਬਾਵਜੂਦ ਜਦੋਂ ਆਪਾਂ ਦੇਖਿਆ 26 ਜਨਵਰੀ ਤੋਂ ਬਾਅਦ ਇਹ ਕਲੇਮ ਕੀਤਾ ਜਾ ਰਿਹਾ ਮੋਗੇ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨ ਘਰੇ ਮੁੜੇ ਹੀ ਨਹੀਂ, ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਉਹਦੇ ਵਿੱਚ ਕੀ ਲੱਗਦਾ ਕਿ ਕੀ ਪੋਸੀਬਲ ਆ? ਹਾਂਜੀ, ਦੇਖੋ ਇਹ ਜਿਹੜੀ ਨਿਊਜ਼ ਆ ਅੱਜ ਹੀ ਨਿਕਲ ਕੇ ਆਈ ਹੈ ਕਿ ਜਿਹੜੇ 24 ਜਨਵਰੀ ਤੋਂ ਜਿਹੜੇ ਨੌਜਵਾਨ ਸੀਗੇ ਉਹ ਗਏ ਹੋਏ ਸੀ ਮੋਗੇ ਜ਼ਿਲ੍ਹੇ ਦੇ ਪਿੰਡ ਟਟਾਰੀਏ ਵਾਲਾ ਤੋਂ। ਉੱਤੇ 17 ਦੇ ਕਰੀਬ ਨੌਜਵਾਨ ਸੀ ਜਿਹੜੇ ਦਿੱਲੀ ਬਾਰਡਰ ਲਈ ਰਵਾਨਾ ਹੋਏ ਸੀਗੇ ਤੇ ਉਹਨਾਂ ਨੇ ਪਰੇਡ ਦੇ ਵਿੱਚ ਸ਼ਾਮਿਲ ਹੋਣਾ ਸੀ 26 ਜਨਵਰੀ ਦੀ। ਤੇ ਹੁਣ ਜਿਹੜੇ ਪਿੰਡ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਦੇ 12 ਦੇ ਕਰੀਬ ਨੌਜਵਾਨ ਆ ਉਹਨਾਂ ਦਾ ਜਿਹੜਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈਗੇ ਕਿੱਥੇ ਨਹੀਂ, ਕਿਉਂਕਿ ਫੋਨ ਵੀ ਉਹਨਾਂ ਦੇ ਜਿਹੜੇ ਬੰਦ ਆ ਰਹੇ ਆ 26 ਤਰੀਕ ਤੋਂ ਬਾਅਦ। ਤੇ ਉਸ ਤੋਂ ਬਾਅਦ ਉਹਨਾਂ ਦੇ ਪਿੰਡ ਦੇ ਹੀ ਕੁਝ ਜਿਹੜੇ ਹੋਰ ਨੌਜਵਾਨ ਸੀ ਉਹਨਾਂ ਨੇ ਦੱਸਿਆ ਕਿ ਜਿਹੜੇ 12 ਨੌਜਵਾਨ ਸੀ ਉਹਨਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਵਾ। ਤੇ ਫਿਰ ਦੇਖੋ ਜਦੋਂ ਅਜਿਹੀ ਸਥਿਤੀ ਬਣਦੀ ਹੈ ਤਾਂ ਜਿਹੜੇ ਘਰ ਵਾਲੇ ਜਾਂ ਪਰਿਵਾਰਕ ਮੈਂਬਰ ਹੁੰਦੇ ਆ ਉਹਨਾਂ ਨੂੰ ਜ਼ਰੂਰ ਟੈਨਸ਼ਨ ਹੁੰਦੀ ਆ। ਤੇ ਉਹਨਾਂ ਨੇ ਕਿਹਾ ਵਾ ਕਿ ਜਿਹੜਾ ਸਾਡੇ ਨੌਜਵਾਨ ਆ ਕਿਸੇ ਜਥੇਬੰਦੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ, ਪਰ ਇਹ ਸਿਰਫ ਜਿੱਦਾਂ ਕਾਲ ਗਈ ਸੀ ਸਾਰਿਆਂ ਨੂੰ ਵੀ ਤੁਸੀਂ ਪਹੁੰਚੋ ਦਿੱਲੀ, ਤੇ ਉਸੇ ਕਰਕੇ ਗਏ ਸੀ। ਤੇ ਹੁਣ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਇੱਕ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਵਾ, ਪਿੰਡ ਵਾਲੇ ਚਿੰਤਾ ਦੇ ਵਿੱਚ ਨੇ। ਤੇ ਹੁਣ ਪਿੰਡ ਵਾਸੀਆਂ ਨੇ ਜਿਹੜਾ ਮਤਲਬ ਇੱਕ ਕਿਹਾ ਵਾ, ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਆ, ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਜਿਹੜਾ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਰਾਬਤਾ ਕਰਕੇ ਦਿੱਲੀ ਪੁਲਿਸ ਦੇ ਨਾਲ, ਤਾਂ ਕਿ ਸਾਡੇ ਬੱਚੇ ਜਿਹੜੇ ਘਰ ਵਾਪਸ ਆਉਣ ਤੇ ਉਹਨਾਂ ਨੂੰ ਲੱਭਣ ਦੇ ਵਿੱਚ ਜਿਹੜੀ ਸਹਾਇਤਾ ਕੀਤੀ ਜਾਵੇ। ਇਸੇ ਤਰ੍ਹਾਂ ਹੁਣ 10 ਮਿੰਟ ਪਹਿਲਾਂ ਇੱਕ ਵੀਡੀਓ ਆ ਰਹੀ ਆ ਤੇ ਇੱਕ ਨੌਜਵਾਨ ਲਾਈਵ ਹੋਇਆ ਜਿਹਨੂੰ 26 ਤਰੀਕ ਨੂੰ ਮਤਲਬ ਪੁਲਿਸ ਨੇ ਚੱਕ ਲਿਆ ਸੀ, ਕਿਉਂਕਿ ਉਹਦੇ ਸਿਰਫ ਇੱਕ ਆਈ ਸਪੋਰਟ ਫਾਰਮਰ ਦਾ ਮਤਲਬ ਟੈਗ ਲਗਾਇਆ ਹੋਇਆ ਸੀਗਾ। ਤੇ ਉਸ ਤੋਂ ਬਾਅਦ
ਉਹਨੇ ਸਾਰਾ ਦੱਸਿਆ ਕਿ ਮੇਰੇ ਤੇ ਕਿੱਦਾਂ ਤਸ਼ੱਦਦ ਕੀਤਾ ਤੇ ਮੈਨੂੰ ਇੱਕ ਰਾਤ ਉਹ ਪੁਲਿਸ ਥਾਣੇ ਦੇ ਵਿੱਚ ਰੱਖਿਆ, ਮਤਲਬ ਉਹਦਾ ਕੰਨ ਦਾ ਪਰਦਾ ਪਾੜ ਦਿੱਤਾ ਗਿਆ, ਪੱਟੇ ਉਹਦੇ ਮਾਰੇ ਗਏ, ਬਾਲ ਉਹਦੇ ਪੱਟ ਦਿੱਤੇ ਗਏ ਤੇ ਮਤਲਬ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਕਿ ਉਹ ਧਰਨੇ ਦੇ ਵਿੱਚ ਮਤਲਬ ਭਾਗ ਲੈਣ ਆਇਆ ਤੇ ਉਹਨਾਂ ਨੇ ਧਮਕੀ ਵੀ ਦਿੱਤੀ ਪੁਲਿਸ ਵਾਲਿਆਂ ਨੇ, ਦਿੱਲੀ ਪੁਲਿਸ ਨੇ, ਕਿ ਹੁਣ ਤੂੰ ਸਿੱਧਾ ਮਤਲਬ ਆਪਣੇ ਘਰ ਜਾਏਗਾ ਤੇ ਦਿੱਲੀ ਦੇ ਵਿੱਚ ਰੁਕੇਗਾ ਨਹੀਂ। ਕਹਿੰਦਾ ਮੈਨੂੰ ਛੱਡਿਆ ਵੀ ਤਾਂ ਵਾ ਕਿ ਕੁਝ ਕੁ ਜਥੇਬੰਦੀਆਂ, ਇੱਕ ਜਥੇਬੰਦੀ ਆਈ ਸੀ ਜਿਹਨੇ ਕਿਹਾ ਕਿ ਜਿਹੜਾ ਮਾਮਲਾ ਉਹ ਹੱਥੋਂ ਨਿਕਲ ਜਾਊਗਾ ਜੇ ਮਤਲਬ ਜਿਹੜੇ ਨੌਜਵਾਨ ਆ, ਜਿੱਦਾਂ ਕਈ ਨੌਜਵਾਨ ਹਜੇ ਹੌਲੀ ਹੌਲੀ ਪਤਾ ਲੱਗੂਗਾ ਵੀ ਕਿੰਨੇ ਕੁ ਨੌਜਵਾਨ ਆ ਜਿਹੜੇ ਲਾਪਤਾ ਨੇ, ਕਿਉਂਕਿ ਜਿੱਦਾਂ ਜਿੱਦਾਂ ਸਥਿਤੀ ਸੰਭਲੂਗੀ ਬੱਚੇ ਘਰ ਮੁੜਨਗੇ ਜਾਂ ਫੋਨ ਤੇ ਚਾਲੂ ਹੋ ਗਏ ਜਾਂ ਨੈਟ ਚਾਲੂ ਹੋ ਗਿਆ ਤੇ ਹੌਲੀ ਹੌਲੀ ਪਤਾ ਲੱਗੂ ਕਿ ਕਿੰਨੇ ਕੁ ਨੌਜਵਾਨ ਜਿਹੜੇ ਹਜੇ ਲਾਪਤਾ ਨੇ ਤੇ ਪੁਲਿਸ ਨੇ ਉਹਨਾਂ ਦੇ ਨਾਲ ਕੀ ਜਿਹੜਾ ਸਲੂਕ ਕੀਤਾ। ਜੀ ਜੇ ਆਪਾਂ ਅਪਡੇਟ ਦੇਖੀਏ ਕੋਵਿਡ-19 ਵੈਕਸੀਨ ਦੀ ਇੰਡੀਆ ਦੇ ਵਿੱਚ ਤਾਂ 20 ਲੱਖ ਤੋਂ ਉੱਤੇ ਜਿਹੜੀਆਂ ਉਹ ਇਨੀਸ਼ੀਏਟ ਹੋ ਚੁੱਕੇ ਆ, ਜਿਹੜੇ ਲੱਗ ਚੁੱਕੇ ਆ, ਤੇ ਸਰਕਾਰ ਦੀ ਜਿਹੜੀ ਨਵੀਂ ਐਡਵਾਈਜ਼ਰੀ ਹੈ ਜਿਹੜੀ ਉਹਦੇ ਲਈ ਜਾਰੀ ਕਰ ਰਹੇ ਆ, ਜਿਹਦੇ ਵਿੱਚ ਸਿਨੇਮਾ ਹਾਲ ਪੂਰੇ ਖੁੱਲ ਜਾਣਗੇ, ਸਕੂਲ ਕਾਲਜਸ ਪੂਰੇ ਖੁੱਲ ਜਾਣਗੇ, ਤੁਸੀਂ ਵਿਆਹ ਸ਼ਾਦੀਆਂ ਜਿਹੜੇ ਵੀ ਸਮਾਗਮ ਆ ਉਹ ਫੁੱਲ ਜਿਹੜਾ ਅੱਗੇ ਵਾਂਗੂ ਕਰ ਸਕੋਗੇ, ਤੇ ਨਾਲ ਦੀ ਨਾਲ ਜਿਹੜਾ ਹੈਗਾ ਵਾ ਜੇ ਆਪਾਂ ਜਿੱਥੇ ਵੀ ਕਹਿ ਲਈਏ ਸਵੀਮਿੰਗ ਪੂਲ ਹੋ ਗਏ ਜਾਂ ਜਿੱਥੇ ਤੁਸੀਂ ਵਰਜਿਸ਼ ਕਰਦੇ ਹੋ, ਤੁਹਾਡੇ ਇਹ ਸਾਰੇ ਜਿਹੜੇ ਅਦਾਰੇ ਆ ਖੋਲਣ ਦੀ ਜਿਹੜੀ ਪਲੈਨਿੰਗ ਆ ਉਹ ਐਡਵਾਈਜ਼ਰੀ ਜਾਰੀ ਹੋ ਚੁੱਕੀ ਆ, ਲੇਕਿਨ ਪਬਲਿਕਲੀ ਹਜੇ ਐਡਵਾਈਜ਼ਰੀ ਜਾਰੀ ਨਹੀਂ, ਆਉਣ ਵਾਲੇ 15 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਹੋ ਜਾਊਗਾ। ਤੁਹਾਡੇ ਕੋਲ ਕੀ ਜਾਣਕਾਰੀ ਹੈ? ਹਾਂਜੀ, ਸਕੂਲ ਖੋਲਣ ਨੂੰ ਲੈ ਕੇ ਜਿਹੜੀਆਂ ਨਵੀਆਂ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਨੇ, ਕਿਉਂਕਿ ਸਕੂਲ ਜਿਹੜੇ ਹੁਣ ਬੰਦ ਸੀਗੇ ਉਹ ਆਲਮੋਸਟ ਖੁੱਲ ਗਏ ਆ, ਕੁਝ ਜਿਹੜੇ ਛੋਟੇ ਬੱਚੇ ਨੇ ਕਲਾਸਿਸ ਨੇ ਉਹ ਵੀ 1 ਫਰਵਰੀ ਤੋਂ ਖੁੱਲ ਗਈਆਂ ਨੇ, ਪਰ ਨਾਲ ਦੀ ਨਾਲ ਜਿਹੜੇ ਕੇਂਦਰੀ ਸਿੱਖਿਆ ਮੰਤਰਾਲੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਜਿਹੜੀਆਂ ਨਵੀਆਂ ਜ਼ਰੂਰ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਨੇ, ਤੇ ਸਕੂਲਾਂ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਇਕੱਠ ਨਹੀਂ ਹੋ ਸਕੂਗਾ ਤੇ ਜਿਹੜੇ ਨਿਯਮਾਂ ਦੀ ਪਾਲਣਾ ਉਹ ਬਕਾਇਦਾ ਕਰਨੀ ਪਊਗੀ, ਤੇ ਜਿਹੜੇ ਵਾਹਨ ਨੇ ਉਹ ਸਿਰਫ ਸਕੂਲੀ ਵਾਹਨ 50% ਦੀ ਬੱਚਿਆਂ ਨੂੰ ਹੀ ਲਿਜਾ ਸਕਦੇ ਨੇ, ਕਿਉਂਕਿ ਜੇ ਆਪਾਂ ਦੇਖੀਏ ਤਾਂ ਜਿਹੜੇ ਨਿੱਜੀ ਸਕੂਲ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਪਿਆ ਵਾ ਵਿਦਿਅਕ ਖੇਤਰ ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਹਜੇ ਜਿਹੜਾ ਸਰਵੇਖਣ ਕੀਤਾ ਗਿਆ ਵਾ 62% ਮਾਪੇ ਜਿਹੜੇ ਅਜਿਹੇ ਨੇ ਹਜੇ ਵੀ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਜਿਹੜਾ ਉਹ ਨਹੀਂ ਭੇਜਣਾ ਚਾਹੁੰਦੇ, ਤੇ ਜੇ ਅਜਿਹੀਆਂ ਹਦਾਇਤਾਂ ਜਿੱਦਾਂ ਸਰਕਾਰ ਨੇ ਜਿਹੜੀਆਂ ਲਈਆਂ ਨੇ, ਜਿੱਦਾਂ 50% ਬੱਚੇ ਜਿਹੜੇ ਵਾਹਨਾਂ ਦੇ ਵਿੱਚ ਜਾਣਗੇ ਜਾਂ ਪੂਰਾ ਜਿਹੜਾ ਗਾਈਡਲਾਈਨਸ ਨੇ ਮਾਸਕ ਪਾ ਕੇ ਜਾਣਾ, ਤੇ ਉਹਨਾਂ ਨਾਲ ਬੱਚਿਆਂ ਦੇ ਜਿਹੜੇ ਮਾਪਿਆਂ ਦੇ ਵਿੱਚ ਜਿਹੜਾ ਉਤਸ਼ਾਹ ਆਊਗਾ ਤੇ ਉਹ ਸ਼ਾਇਦ ਜਿਹੜੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਜਿਹੜੇ ਤਿਆਰ ਹੋ ਜਾਣਗੇ, ਕਿਉਂਕਿ ਸਕੂਲ ਜਦੋਂ ਦਾ ਖੋਲਣ ਦਾ ਫੈਸਲਾ ਕੀਤਾ ਗਿਆ ਤਾਂ ਮਾਪਿਆਂ ਦੇ ਵਿੱਚ ਜਿਹੜੀ ਨਿਰਾਸ਼ਾ ਉਹ ਜ਼ਿਆਦਾ ਪਾਈ ਗਈ ਆ। ਜੀ ਮੈਨੂੰ ਲੱਗਦਾ ਕਿ ਇਸ ਸਾਲ ਦੇ ਵਿੱਚ ਸ਼ਾਇਦ ਹਜੇ ਪੂਰਾ ਵਰਲਡ ਨਾ ਖੁੱਲ ਸਕੇ, ਪਰ ਇੱਕ ਦੋ ਤਰ੍ਹਾਂ ਦੀ ਜਿਹੜੀਆਂ ਸਾਡੀ ਕਮਿਊਨਿਟੀ ਕ੍ਰੀਏਟ ਹੋ ਜਾਣਗੀਆਂ। ਇੱਕ ਉਹ ਲੋਕ ਜਿਹੜੇ ਵੈਕਸੀਨੇਟਡ ਹੋ ਜਾਣਗੇ, ਜਿਨ੍ਹਾਂ ਕੋਲ ਸਰਟੀਫਿਕੇਟ ਹੋਊਗਾ ਕਿ ਉਹਨਾਂ ਦੇ ਵੈਕਸੀਨੇਸ਼ਨ ਹੋਈ ਆ, ਉਹਨਾਂ ਨੂੰ ਸਾਰੇ ਕਿਤੇ ਜਾਣ ਦੀ ਇਜਾਜ਼ਤ ਹੋਊਗੀ, ਉਹ ਥੀਏਟਰ 'ਚ ਵੀ ਜਾ ਸਕਣਗੇ, ਉਹ ਬਾਕੀ ਜਗ੍ਹਾ ਤੇ ਵੀ ਜਾ ਸਕਣਗੇ, ਫਲਾਈ ਵੀ ਕਰ ਸਕਣਗੇ, ਦੂਜੀ ਜਗ੍ਹਾ ਟ੍ਰੇਨ ਜਾ ਸਕਣਗੇ। ਤਾਂ ਹੌਲੀ ਹੌਲੀ ਇਹ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਨੂੰ ਵੈਕਸੀਨੇਟ ਕਰਕੇ ਜਿਹੜੀ ਇਸ ਬਿਮਾਰੀ ਨੂੰ ਕਾਬੂ ਪਾਇਆ ਜਾ ਸਕੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਮਲਪ੍ਰੀਤ ਅੱਜ ਦੀ ਇਸ ਜਾਣਕਾਰੀ ਦੇ ਲਈ। ਕੱਲ ਮਿਲਣ ਦੀ ਆਸ ਨਾਲ ਅਸੀਂ ਤੁਹਾਡੇ ਤੋਂ ਫਿਰ ਇੱਕ ਵਾਰ ਇਜਾਜ਼ਤ ਮੰਗਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਨਵੀਂ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਲਾਈਵ ਟਾਕ ਸ਼ੋਅ, ਜਿਸ ਦੇ ਵਿੱਚ ਅਸੀਂ ਲੈ ਕੇ ਪੇਸ਼ ਹੋਏ ਕੁਝ ਜਾਣਕਾਰੀ, ਕੁਝ ਸਰਗਰਮੀਆਂ, ਕੁਝ ਮੁੱਖ ਖਬਰਾਂ। ਆਸ ਕਰਦੇ ਹਾਂ ਤੁਹਾਨੂੰ ਸਾਡੀ ਕੋਸ਼ਿਸ਼ ਪਸੰਦ ਆ ਰਹੀ ਹੋਵੇਗੀ। ਕੱਲ ਫਿਰ ਮਿਲਣ ਦੀ ਆਸ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਆਦਾਬ, ਨਮਸਕਾਰ ਤੇ ਸਤਿ ਸ੍ਰੀ ਅਕਾਲ।